मूसेवाला कतलकांड ਨੂੰ ਲੈ ਕੇ ਗੋਲਡੀ ਬਰਾੜ ਤੇ ਪ੍ਰਿਆਵਰਤ ਫੌਜੀ ਦੀ ਕਥਿਤ ਫੋਨ ਕਾਲ ਤੋਂ ਖੁਲਾਸਾ। ਸਿਕਿਉਰਿਟੀ ਵਾਪਸ ਲੈਣ ਤੋਂ ਤੁਰੰਤ ਬਾਅਦ ਗੋਲਡੀ ਬਰਾੜ ਨੇ ਪ੍ਰਿਆਵਰਤ ਫੌਜੀ ਨੂੰ ਦਿੱਤਾ ਸੀ ਹੁਕਮ, मूसेवाला ਦੀ ਸੁਰੱਖਿਆ ਹਟਾ ਦਿੱਤੀ ਗਈ ਹੈ, ਕੱਲ ਹੀ ਕਤਲ ਨੂੰ ਦੇਣਾ ਹੈ ਅੰਜਾਮ। ਬਹਿਬਲ ਕਲਾਂ इंसाफ मोर्चे 'ਚ ਪਹੁੰਚੀ ਏਜੀ ਦਫ਼ਤਰ ਦੀ ਟੀਮ, 3 ਮਹੀਨੇ ਦੀ ਕਾਰਗੁਜ਼ਾਰੀ ਦਾ ਦਿੱਤਾ ਬਿਊਰਾ। ਮੋਰਚੇ ਤੋਂ ਹੋਰ 10 ਦਿਨ ਦਾ ਮੰਗਿਆ ਸਮਾਂ, ਮੋਰਚੇ ਨੇ ਵੀ ਦਿੱਤਾ ਸਮਾਂ ਪਰ ਵੱਡੇ ਸੰਘਰਸ਼ ਦੀ ਵੀ ਦਿੱਤੀ ਚੇਤਾਵਨੀ। ਸੰਗਰੂਰ 'ਚ ਸੀਐਮ ਰਿਹਾਇਸ਼ ਦੇ ਬਾਹਰ ਪੀਟੀਆਈ ਯੂਨੀਅਨ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈ ਧੱਕਾ ਮੁੱਕੀ। ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ ਪ੍ਰਦਰਸ਼ਨਕਾਰੀ। ਚੰਡੀਗੜ੍ਹ 'ਚ ਸੀਐਮ ਮਾਨ ਵੱਲੋਂ ਵੱਖਰੀ ਹਾਈ ਕੋਰਟ ਲਈ ਜਗ੍ਹਾ ਮੰਗਣ ਤੇ ਗਰਮਾਈ ਸਿਆਸਤ। ਸੁਖਬੀਰ ਬੋਲੇ, ਸੀਐਮ ਮਾਨ ਨੇ ਚੰਡੀਗੜ੍ਹ ਤੋਂ ਛੱਡਿਆ ਦਾਵਾ, ਚੰਡੀਗੜ੍ਹ ਪੰਜਾਬ ਦਾ ਤਾਂ ਕਿਉਂ ਮੰਗੀ ਜਾ ਰਹੀ ਹੈ ਵੱਖਰੀ ਹਾਈ ਕੋਰਟ। ਹਰਿਆਣਾ ਦਾ ਜਵਾਬ, ਚੰਡੀਗੜ੍ਹ ਤੇ ਨਹੀਂ ਹੈ ਇਕੱਲੇ ਪੰਜਾਬ ਦਾ। ਸੋ ਇੱਕ ਵੱਡੀ ਖਬਰ ਦਾ ਰੁਖ ਕਰਦੇ ਹਾਂ। ਮੂਸੇਵਾਲਾ ਕਤਲकांड ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਨੇ। ਜਿਹੜੀ ਫੋਨ ਕਾਲ ਇੰਟਰਸੈਪਟ ਹੋਈ ਹੈ, ਦਿੱਲੀ ਪੁਲਿਸ ਨੇ ਜਿਹੜੀ ਫੋਨ ਕਾਲ ਇੰਟਰਸੈਪਟ ਹੋਈ ਹੈ, ਉਸ ਦੇ ਵਿੱਚ ਇੱਕ ਸਭ ਤੋਂ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਜਿਸ ਵੇਲੇ ਗੋਲਡੀ ਬਰਾੜ ਨੇ ਪ੍ਰਿਆਵਰਤ ਫੌਜੀ ਨੂੰ ਫੋਨ ਕੀਤਾ ਸੀ ਜਾਂ ਜਿਹੜੀ ਕਥਿਤ ਫੋਨ ਕਾਲ ਹੈ, ਉਸ ਦੇ ਵਿੱਚ ਜ਼ਿਕਰ ਸਭ ਤੋਂ ਪਹਿਲਾਂ ਸੁਰੱਖਿਆ ਵਾਪਸ ਹੋਣ ਦਾ ਕੀਤਾ ਗਿਆ ਸੀ। ਜਦੋਂ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਹੋਣ ਦੀ ਖਬਰ ਆਈ, ਇਸ ਫੋਨ ਕਾਲ ਦੇ ਮੁਤਾਬਕ ਜੋ ਗੱਲਬਾਤ, ਜੋ ਫੋਨ ਕਾਲ ਇੰਟਰਸੈਪਟ ਹੋਈ ਹੈ, ਜੋ ਦਿੱਲੀ ਪੁਲਿਸ ਨੇ ਕੀਤੀ ਹੈ ਕਿ ਜਦੋਂ ਸੁਰੱਖਿਆ ਵਾਪਸ ਹੋਈ ਤਾਂ ਉਸ ਤੋਂ ਤੁਰੰਤ ਬਾਅਦ ਗੋਲਡੀ ਬਰਾੜ ਨੇ ਸ਼ੂਟਰ ਪ੍ਰਿਆਵਰਤ ਫੌਜੀ ਨੂੰ ਫੋਨ ਕੀਤਾ, ਜਾਂ ਕਹੀਏ ਸ਼ੂਟਰ ਪ੍ਰਿਆਵਰਤ ਫੌਜੀ ਨੂੰ ਹੁਕਮ ਦਿੱਤਾ। ਔਰ ਖਾਸ ਉਸ ਕਾਲ ਦੇ ਵਿੱਚ ਕਿਹਾ ਗਿਆ ਕਿ ਸੁਰੱਖਿਆ ਹਟਾ ਦਿੱਤੀ ਗਈ ਹੈ ਔਰ ਕੱਲ ਹੀ ਇਸ ਕਤਲकांड ਨੂੰ ਅੰਜਾਮ ਦੇਣਾ ਹੈ। ਜੇ ਵਰਡਿੰਗ ਦਾ ਉਸਦਾ ਜ਼ਿਕਰ ਕਰੀਏ ਤਾਂ ਉਸ ਦੇ ਵਿੱਚ ਗੋਲਡੀ ਬਰਾੜ ਕਹਿ ਰਿਹਾ ਹੈ ਕਿ ਸੁਣ ਫੌਜੀ, ਮੂਸੇਵਾਲਾ ਦੀ ਸੁਰੱਖਿਆ ਹਟਾ ਲਈ ਗਈ ਹੈ, ਕੱਲ ਹੀ ਕੰਮ ਕਰਨਾ ਹੈ। ਇਹ ਕੋਡ ਵਰਡ ਦੇ ਵਿੱਚ ਗੱਲ ਕਰ ਰਹੇ ਨੇ ਔਰ ਇਸ ਦਾ ਮਤਲਬ ਇਹ ਹੈ ਕਿ ਜੋ ਉਹਨਾਂ ਨੇ ਕਿਹਾ ਕਿ ਕੱਲ ਹੀ ਕੰਮ ਕਰਨਾ ਹੈ, ਦੋਵੇਂ ਆਪਸ ਦੇ ਵਿੱਚ ਗੱਲਬਾਤ ਕਰ ਰਹੇ ਨੇ, ਉਸ ਦਾ ਮਤਲਬ ਇਹ ਹੈ ਕਿ ਕੱਲ ਹੀ ਇਸ ਕਤਲकांड ਨੂੰ ਅੰਜਾਮ ਦੇਣਾ ਹੈ। ਜਿਵੇਂ ਹੀ ਇਹ ਖਬਰ ਆਈ ਹੈ, ਗ੍ਰਾਫਿਕਸ ਅਸੀਂ ਦਿਖਾ ਰਹੇ ਹਾਂ ਕਿ ਜਿਹੜੀ ਉਹ ਫੋਨ ਕਾਲ ਦਿੱਲੀ ਪੁਲਿਸ ਨੇ ਇੰਟਰਸੈਪਟ ਹੋਈ ਹੈ, ਉਸ ਵਿੱਚ ਜਿਹੜੀ ਗੱਲਬਾਤ ਹੋ ਰਹੀ ਹੈ, ਉਸ 'ਚ ਗੱਲਬਾਤ ਦੀ ਸ਼ੁਰੂਆਤ ਹੀ ਸੁਰੱਖਿਆ ਹਟਾਉਣ ਦੀ ਗੱਲ ਤੋਂ ਹੁੰਦੀ ਹੈ। ਉਸ ਦੇ ਵਿੱਚ ਗੋਲਡੀ ਬਰਾੜ ਪ੍ਰਿਆਵਰਤ ਫੌਜੀ ਨੂੰ ਫੋਨ ਕਰਦਾ ਹੈ ਔਰ ਫੋਨ ਕਰਕੇ ਕਹਿੰਦਾ ਹੈ ਕਿ ਹੈਲੋ ਫੌਜੀ, ਮੂਸੇਵਾਲਾ ਦੀ ਸੁਰੱਖਿਆ ਹਟਾ ਲਈ ਗਈ ਹੈ, ਹੁਣ ਤੂੰ ਮੁੰਡਿਆ ਕੱਲ ਹੀ ਕੰਮ ਨੂੰ ਅੰਜਾਮ ਦੇਣਾ ਹੈ। ਇਹ ਗੱਲ ਗੋਲਡੀ ਬਰਾੜ ਵੱਲੋਂ ਕਹੀ ਗਈ ਹੈ। ਤਰੀਕ 28 ਮਈ ਸਵੇਰ ਠੀਕ 11 ਵਜੇ 28 ਮਈ ਸਵੇਰ 11 ਵਜੇ ਗੋਲਡੀ ਬਰਾੜ ਦਾ ਫੋਨ ਜਾਂਦਾ ਹੈ ਪ੍ਰਿਆਵਰਤ ਫੌਜੀ ਦੇ ਮੋਬਾਈਲ ਨੰਬਰ ਤੇ ਔਰ ਉਸ ਦੇ ਵਿੱਚ ਉਹ ਕਹਿੰਦਾ ਹੈ ਕਿ ਹੈਲੋ ਫੌਜੀ, ਸੁਣ, ਮੂਸੇਵਾਲਾ ਦੀ ਸੁਰੱਖਿਆ ਹਟਾ ਲਈ ਗਈ ਹੈ ਤੇ ਹੁਣ ਤੂੰ ਤੇ ਬਾਕੀ ਮੁੰਡਿਆਂ ਨੇ ਕੱਲ ਹੀ ਯਾਨੀ 29 ਮਈ ਨੂੰ ਹਰ ਹਾਲ 'ਚ ਕੰਮ ਨੂੰ ਅੰਜਾਮ ਦੇਣਾ ਹੈ। ਯਾਨੀ ਮੂਸੇਵਾਲਾ ਦੇ ਕਤਲ ਦੀ ਗੱਲ ਹੋ ਰਹੀ ਹੈ ਕਿ ਕੱਲ ਹੀ ਸਿੱਧੂ ਮੂਸੇਵਾਲਾ ਦਾ ਕਤਲ ਕਰਨਾ ਹੈ ਕਿਉਂਕਿ ਸਿਕਿਉਰਿਟੀ ਵਾਪਸ ਹੋ ਗਈ ਹੈ। ਇਹ ਗੱਲ ਗੋਲਡੀ ਬਰਾੜ ਪ੍ਰਿਆਵਰਤ ਫੌਜੀ ਨੂੰ ਕਹਿ ਰਿਹਾ ਹੈ। ਯਾਨੀ ਇਸ ਦੇ ਵਿੱਚ ਸਿਕਿਉਰਿਟੀ ਵਾਪਸ ਹੋਣਾ, ਇਹ ਇੱਕਦਮ ਉਸ ਤੋਂ ਬਾਅਦ ਐਕਟਿਵ ਹੋ ਜਾਂਦੇ ਨੇ ਜਿਹੜੇ ਕਈ ਦਿਨਾਂ ਤੋਂ ਰੈਕੀ ਕਰ ਰਹੇ ਸੀ ਜਾਂ ਇਸ ਕੰਮ ਨੂੰ ਅੰਜਾਮ ਦੇਣ ਦੇ ਲਈ ਘੁੰਮ ਰਹੇ ਸੀ। ਤਾਂ ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਤੁਰੰਤ ਆਪਣੇ ਜਿਹੜੇ ਸਾਰੇ ਸ਼ੂਟਰ ਸੀ ਇਹਨਾਂ ਨੇ ਐਕਟਿਵ ਕਰ ਦਿੱਤੇ ਔਰ ਉਸ ਤੋਂ ਬਾਅਦ ਫਿਰ ਮੂਸੇਵਾਲਾ ਦੀ ਹੱਤਿਆ ਨੂੰ ਬੜੀ ਬੇਰਹਿਮੀ ਦੇ ਨਾਲ ਅੰਜਾਮ ਦਿੱਤਾ ਗਿਆ। ਸੋ ਇਸ ਗੱਲਬਾਤ ਦੀ ਸ਼ੁਰੂਆਤ ਹੀ ਇੱਥੋਂ ਹੁੰਦੀ ਹੈ ਕਿ ਸੁਣ ਫੌਜੀ, ਮੂਸੇਵਾਲਾ ਦੀ ਸੁਰੱਖਿਆ ਹਟਾ ਲਈ ਗਈ ਹੈ, ਹੁਣ ਤੂੰ ਤੇ ਬਾਕੀ ਮੁੰਡਿਆਂ ਨੇ ਕੱਲ ਹੀ ਯਾਨੀ 29 ਮਈ ਨੂੰ ਹਰ ਹਾਲ 'ਚ ਕੰਮ ਨੂੰ ਅੰਜਾਮ ਦੇਣਾ ਹੈ। ਤਾਂ ਉਸ ਫੋਨ ਕਾਲ ਦੇ ਮੁਤਾਬਕ, ਉਸ ਕਥਿਤ ਫੋਨ ਕਾਲ ਦੇ ਮੁਤਾਬਕ ਜੋ ਉਸ ਦੇ ਵਿੱਚ ਪ੍ਰਿਆਵਰਤ ਫੌਜੀ ਬੋਲ ਰਿਹਾ, ਉਹ ਡਾਕਟਰ ਕਹਿ ਕੇ ਗੋਲਡੀ ਬਰਾੜ ਨੂੰ ਸੰਬੋਧਨ ਕਰ ਰਿਹਾ, ਗੋਲਡੀ ਦੇ ਨਾਲ ਡਾਕਟਰ ਕਹਿ ਕੇ ਗੱਲ ਕਰ ਰਿਹਾ। ਫੌਜੀ ਕਹਿੰਦਾ ਜੀ ਡਾਕਟਰ ਸਾਹਿਬ, ਕੰਮ ਹੋ ਜਾਏਗਾ, ਮੇਰੀ ਟੀਮ ਤਿਆਰ ਹੈ। ਫਿਰ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਕਹਾਣੀ ਹੈ ਉਹ ਉਸ ਪੂਰੀ ਫੋਨ ਕਾਲ ਦੇ ਵਿੱਚ ਹੈ। ਅਸੀਂ ਪੂਰੀ ਫੋਨ ਕਾਲ ਸੁਣਾਈ ਵੀ ਹੈ ਕਿ ਅਗਲੇ ਦਿਨ ਫਿਰ ਵੱਖ-ਵੱਖ ਥਾਵਾਂ ਤੇ ਜਿਹੜੇ ਰੁਕੇ ਹੋਏ ਸੀ, ਜਿਹੜੇ ਸਾਰੇ ਸ਼ਾਰਪ ਸ਼ੂਟਰ ਸੀ, ਫਿਰ ਉਹ ਮਾਨਸਾ ਦੇ ਵਿੱਚ ਇਕੱਠੇ ਹੁੰਦੇ ਨੇ ਔਰ ਫਿਰ ਜਿਸ ਤਰੀਕੇ ਨਾਲ ਇਹ ਪੂਰਾ ਘਟਨਾਕ੍ਰਮ ਸ਼ਾਮ ਨੂੰ ਵਾਪਰਦਾ ਹੈ, ਇਹ ਵੀ ਜ਼ਿਕਰ ਹੁੰਦਾ ਹੈ ਕਿ ਮੂਸੇਵਾਲੇ ਦੇ ਘਰ ਦਾ ਗੇਟ ਖੁੱਲ ਗਿਆ। ਉਦੋਂ ਵੀ ਇੱਕ ਫੋਨ ਕਾਲ ਆਉਂਦੀ ਹੈ ਔਰ ਉਸ ਦੇ ਵਿੱਚ ਗੋਲਡੀ ਬਰਾੜ ਕਹਿੰਦਾ ਕਿ ਹਿਲਜੁਲ ਹੋਈ ਹੈ, ਗੇਟ ਖੁੱਲ ਗਿਆ, ਤੁਸੀਂ ਤਿਆਰ ਰਹੋ, ਆਸੇ-ਪਾਸੇ ਰਹੋ। ਗੇਟ ਖੁੱਲਦਾ ਹੈ ਔਰ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਜਦੋਂ ਆਪਣੀ ਥਾਰ ਲੈ ਕੇ ਬਾਹਰ ਨਿਕਲਦੇ ਨੇ ਤਾਂ ਫਿਰ ਗੋਲਡੀ ਬਰਾੜ ਲਗਾਤਾਰ ਉਹਨਾਂ ਦੇ ਨਾਲ ਇਨ ਟੱਚ ਰਹਿੰਦਾ ਫੋਨ ਤੇ ਔਰ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਸੁਰੱਖਿਆ ਨਾਲ ਨਹੀਂ ਹੈ।
ਯਾਨੀ ਇੱਕ ਇਸ ਦੇ ਵਿੱਚ ਐਂਗਲ ਇਹ ਵੀ ਹੈ ਕਿ ਜਿਸ ਵੇਲੇ ਖਬਰ ਆਈ ਸੀ ਉਸ ਵੇਲੇ ਇਹ ਸਪਸ਼ਟ ਨਹੀਂ ਸੀ ਕਿ ਸੁਰੱਖਿਆ ਜਿਹੜੀ ਹੈ ਉਹ ਕਿੰਨੀ ਘੱਟ ਕੀਤੀ ਗਈ ਹੈ, ਕੀ ਉਹ ਸਾਰੀ ਵਾਪਸ ਕੀਤੀ ਗਈ ਹੈ ਜਾਂ ਪਹਿਲਾਂ ਕਿੰਨੇ ਸਿਕਿਉਰਿਟੀ ਗਾਰਡ ਸੀ, ਇਹ ਹਰ ਕਿਸੇ ਨੂੰ ਨਹੀਂ ਪਤਾ ਸੀ। ਸਰਕਾਰ ਦੀ ਨੌਲੇਜ ਦੇ ਵਿੱਚ ਤੇ ਇਹ ਚੀਜ਼ ਸੀ ਜੋ ਬਾਅਦ ਦੇ ਵਿੱਚ ਦੱਸੀ ਵੀ ਗਈ, ਪਰ ਉਸ ਵੇਲੇ ਜਿਨ੍ਹਾਂ ਨੂੰ ਇਸ ਦਾ ਪਤਾ ਲੱਗਿਆ ਉਹਨਾਂ ਨੂੰ ਸ਼ਾਇਦ ਇਸ ਬਾਰੇ ਕਲੈਰਿਟੀ ਨਹੀਂ ਸੀ। ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲਬਾਤ ਕਰਨ ਦੇ ਲਈ। ਮਨੋਜ, ਇਹ ਜਿਹੜੀ ਕਾਲ ਇੰਟਰਸੈਪਟ ਕੀਤੀ ਹੈ ਦਿੱਲੀ ਪੁਲਿਸ ਨੇ, ਜਿਹੜੀ ਕਥਿਤ ਫੋਨ ਕਾਲ ਹੈ, ਜਿਹੜੀ ਆਡੀਓ ਕਲਿੱਪ ਹੈ ਜਿਹੜੀ, ਔਰ ਉਸ ਦੇ ਵਿੱਚ ਜਿਹੜੀ ਸ਼ੁਰੂਆਤ ਹੁੰਦੀ ਹੈ, ਜੇ 28 ਮਈ ਆਪਾਂ ਸਵੇਰੇ 11 ਵਜੇ ਦਾ ਜ਼ਿਕਰ ਕਰੀਏ ਤਾਂ ਸਿੱਧਾ ਗੋਲਡੀ ਬਰਾੜ ਕਹਿ ਰਿਹਾ ਹੈ ਫੌਜੀ ਨੂੰ ਕਿ ਤੂੰ ਐਕਟਿਵ ਹੋ ਜਾ, ਮੂਸੇਵਾਲਾ ਦੀ ਸੁਰੱਖਿਆ ਹਟਾ ਲਈ ਗਈ ਹੈ ਤੇ ਕੱਲ ਹੀ ਇਹ ਕੰਮ ਕਰਨਾ ਹੈ। ਯਾਨੀ ਇਹ ਸਭ ਤੋਂ ਵੱਡਾ ਫੈਕਟਰ ਉਸ ਦੇ ਵਿੱਚ ਰਿਹਾ ਹੈ ਜੇ ਦਿੱਲੀ ਪੁਲਿਸ ਦੇ ਆਪਾਂ ਇਸ ਖੁਲਾਸੇ ਨੂੰ ਦੇਖੀਏ ਤਾਂ ਸਿਕਿਉਰਿਟੀ ਵਿਦਡਰਾਅ ਦਾ। देखो विजय, बड़ी हैरान कर देने वाले खुलासे सामने आ रहे हैं कि जिहड़ी ऑडियो सामने आई है, क्योंकि ऑडियो विच जिहड़ा प्रेरित फौजी है एक गोल्डी बराड़ है, एक कोड वर्ड यूज करदे जिद्दां तुसीं भी जिक्र कीता जी, डॉक्टर साहब कम हो जाऊगा, डॉक्टर साहब ये कर लांगे, डॉक्टर साहब ये कर लांगे, एक कोड वर्ड हुंदा है ते गोल्डी बराड़ उसको फोन करके कहता है कि कम हो जाना चाहिए। 28 तारीख की तुसीं जिहड़ी गल कर रहे हो, गोल्डी बराड़ फोन करके कहता है कि सिद्धू ਉਹਦੇ ਨਾਂ ਨਹੀਂ ਲਿੱਤਾ ਕਿ ਸਿਕਿਉਰਿਟੀ ਉਹਦੀ ਹਟਾ ਦਿੱਤੀ ਗਈ ਹੈ ਤੇ ਤੁਸੀਂ ਕੱਲ ਹੀ ਕੰਮ ਕਰਨਾ ਹੈ। ਹੁਣ ਦੇਖੋ ਇਹਦੇ ਵਿੱਚ ਕੋਡ ਵਰਡ 'ਚ ਕਹਿੰਦਾ ਹੈ ਜਿਹੜਾ ਪ੍ਰੇਰਿਤ ਫੌਜੀ ਹੈ ਕਿ ਕੱਲ ਕੰਮ ਹੋ ਜਾਏਗਾ, ਅਸੀਂ ਤਿਆਰ। ਇਹ ਪੂਰੀ ਜਿਹੜੀ ਗੱਲਬਾਤ ਹੋਈ ਹੈ ਗੋਲਡੀ ਬਰਾੜ ਤੇ ਪ੍ਰੇਰਿਤ ਫੌਜੀ ਦੀ ਲਗਾਤਾਰ 28 ਤਾਰੀਖ ਤੋਂ ਲੈ ਕੇ 28 ਤਾਰੀਖ ਨੂੰ ਜਿਹੜੀ ਹੈਗੀ ਕਈ ਟਾਈਮ ਤੇ ਗੱਲ ਹੋਈ ਹੈ, ਸਵੇਰੇ ਵੀ ਹੋਈ ਹੈ, ਦੁਪਹਿਰ ਨੂੰ ਹੋਈ, ਸ਼ਾਮ ਨੂੰ ਹੋਈ ਹੈ ਤੇ 29 ਤਾਰੀਖ ਨੂੰ ਜਿਸ ਦਿਨ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 4:30 ਵਜੇ ਗੋਲਡੀ ਬਰਾੜ ਦਾ ਫੋਨ ਆਉਂਦਾ ਹੈ, ਕਿਉਂਕਿ ਗੋਲਡੀ ਬਰਾੜ ਨੂੰ ਕਾਲ ਤੇ ਕੌਣ ਸੀਗਾ? ਕੇਕੜਾ ਖੜਾ ਸੀਗਾ ਸਿੱਧੂ ਮੂਸੇਵਾਲੇ ਦੇ ਘਰ ਦੇ ਬਿਲਕੁਲ ਬਾਹਰ, ਜਿਹੜਾ ਡਰਾਮੇ ਕਰ ਰਿਹਾ ਸੀਗਾ ਕਿ ਅਸੀਂ ਉਹਦੇ ਫੈਨ ਨੇ, ਅਸੀਂ ਸੈਲਫੀ ਲੈਣੀ ਹੈ, ਲੇਕਿਨ ਅਸਲ 'ਚ ਕਰ ਕੀ ਰਿਹਾ ਸੀ ਉਹ ਸਿੱਧੂ ਮੂਸੇਵਾਲੇ ਦੀ ਰੈਕੀ ਕਰ ਰਿਹਾ ਸੀ ਕੇਕੜਾ, ਤੇ ਉਹਦੇ ਨਾਲ ਗੋਲਡੀ ਬਰਾੜ ਬਿਲਕੁਲ ਸੰਪਰਕ ਸੀਗਾ, ਫੋਨ ਤੇ ਸੀਗਾ ਤੇ ਕੇਕੜਾ ਗੋਲਡੀ ਬਰਾੜ ਨੂੰ ਦੱਸ ਰਿਹਾ ਸੀਗਾ। ਗੋਲਡੀ ਬਰਾੜ ਪ੍ਰੇਰਿਤ ਫੌਜੀ ਨੂੰ ਫੋਨ ਕਰਕੇ ਕਹਿੰਦਾ ਹੈ ਕਿ ਗੇਟ ਖੁੱਲ ਚੁੱਕਿਆ ਹੈ, ਬਲੈਕ ਕਲਰ ਦੀ ਜਿਹੜੀ ਗੱਡੀ ਹੈ ਉਹ ਆ ਰਹੀ ਹੈ, ਬਲੈਕ ਕਲਰ ਦੀ ਗੱਡੀ 'ਚ 2 ਬੰਦੇ ਨੇ, ਸਿੱਧੂ ਮੂਸੇਵਾਲਾ ਇਕੱਲਾ ਹੈ ਤੇ ਕੋਈ ਸਿਕਿਉਰਿਟੀ ਨਹੀਂ ਹੈਗੀ ਤੇ ਤੁਸੀਂ ਤਿਆਰ ਰਹੋ। ਤੋਂ ਉੱਪਰੋਂ ਦੂਜੇ ਕਹਿੰਦਾ ਜਿਹੜਾ ਡਾਕਟਰ ਸਾਹਿਬ ਅਸੀਂ ਤਿਆਰ ਹੈ ਤੇ ਉਸ ਤੋਂ ਬਾਅਦ ਜਿਹੜਾ ਵੀ ਖੇਡ ਹੁੰਦਾ ਸ਼ੁਰੂ ਹੁੰਦਾ, ਉਸ ਤੋਂ ਬਾਅਦ ਵਾਰਦਾਤ ਹੁੰਦੀ ਹੈ, ਵਾਰਦਾਤ ਬਾਅਦ ਇਹ ਸਿੱਧਾ ਉੱਥੋਂ ਨਿਕਲ ਜਾਂਦੇ। ਇਹ ਸਾਰੀ ਜਿਹੜੀ ਕਨਵਰਸੇਸ਼ਨ ਹੈ ਵਿਜੇ, ਇਹ ਸਾਰੀ ਹੁਣ ਜਿਹੜੀ ਫੋਰੈਂਸਿਕ ਟੀਮ ਜਿਹੜਾ ਕਾਲ ਡਾਟਾ ਕਰਵਾਇਆ ਗਿਆ ਦਿੱਲੀ ਦੀ ਸਪੈਸ਼ਲ ਸੈੱਲ ਵੱਲੋਂ, ਇਹਦੇ ਵਿੱਚ ਬਹੁਤ ਵੱਡੇ ਖੁਲਾਸੇ ਹੋਏ ਹੈ। ਲੇਕਿਨ ਅਹਿਮ ਖੁਲਾਸਾ ਜਿਹੜਾ ਤੁਸੀਂ ਵੀ ਬਾਰ-ਬਾਰ ਜ਼ਿਕਰ ਕਰ ਰਹੇ ਹੋ ਕਿ 28 ਤਾਰੀਖ ਨੂੰ ਜਿਹੜੀ ਗੱਲ ਗੋਲਡੀ ਬਰਾੜ ਨੇ ਕੀਤੀ ਹੈ ਕਿ ਉਹਦੀ ਸਿਕਿਉਰਿਟੀ ਹਟਾ ਲਿੱਤੀ ਗਈ ਹੈ, ਤਿਆਰ ਰਹੋ, ਤਿਆਰ ਹੋ ਜਾਓ, ਤੇ ਉੱਪਰੋਂ ਪ੍ਰੇਰਿਤ ਫੌਜੀ ਕਹਿੰਦਾ ਹੈ ਕਿ ਅਸੀਂ ਤਿਆਰ ਹੈ ਜੀ, ਅਸੀਂ ਐਕਟਿਵ ਹੈ ਕਿ ਕੱਲ ਕੰਮ ਹੋ ਜਾਏਗਾ। ਇਸ ਤਰ੍ਹਾਂ ਦੀ ਜਿਹੜੀ ਗੱਲਾਂ ਬਾਤਾਂ ਹੋਈ ਹੈ, ਇਹਨਾਂ ਦੀ ਆਪਸ ਵਿੱਚ ਕਨਵਰਸੇਸ਼ਨ ਹੋਈ ਹੈ। ਇੱਕ ਅਹਿਮ ਕਹਿ ਸਕਦੇ ਹਾਂ ਕਿ ਇਹਦੇ ਵਿੱਚ ਵਿਜੇ ਕੜੀ ਜਿਹੜੀ ਹੈਗੀ ਉਹ ਲਗਾਤਾਰ ਜੁੜਦੀ ਨਜ਼ਰ ਆ ਰਹੀ ਹੈ ਤੇ ਹੁਣ ਤੱਕ ਬਹੁਤ ਵੱਡੇ ਖੁਲਾਸੇ ਫੋਨ ਕਨਵਰਸੇਸ਼ਨ ਅੰਕਿਤ ਸਿਰਸਾ ਦਾ ਜਿਹੜਾ ਫੋਨ ਹੈ ਉਹਦੇ ਤੋਂ ਵੀ ਬਹੁਤ ਸਾਰੀ ਵੀਡੀਓ ਜਿਹੜੀਆਂ, ਇੱਕ ਵੀਡੀਓ ਤਾਂ ਅਸੀਂ ਦਿਖਾਈ ਸੀ ਜਿਹੜੀ ਗੱਡੀ 'ਚ ਘੁੰਮ ਰਿਹਾ, ਹੋਰ ਵੀ ਉਸ ਤੋਂ ਇਲਾਵਾ ਵੀ 12 ਤੋਂ 14 ਜਿਹੜੀ ਇਸ ਤਰ੍ਹਾਂ ਦੀ ਵੀਡੀਓ ਹੈ ਕਿ ਆਪਣੇ ਰੂਮ 'ਚ ਕਿਸ ਤਰ੍ਹਾਂ ਅੰਕਿਤ ਸਿਰਸਾ ਹੋਰ ਉਹਦੇ ਜਿਹੜੇ ਸ਼ਾਹ ਸ਼ੂਟਰ ਨੇ ਹਥਿਆਰਾਂ ਦੇ ਨਾਲ ਖੇਡਦੇ ਨਜ਼ਰ ਆ ਰਹੇ ਨੇ, ਮੌਜ ਮਸਤੀ ਕਰ ਰਹੇ ਹਨ। ਹੋਰ ਵੀ ਕਈ ਵੀਡੀਓ ਉਹ ਵੀ ਤੁਹਾਨੂੰ ਜਲਦ ਜਿਹੜਾ ਹੈਗਾ ਅਸੀਂ ਦਰਸ਼ਕਾਂ ਨੂੰ ਦਿਖਾਵਾਂਗੇ। ਅੱਛਾ ਮਨੋਜ, ਇਸ ਦੇ ਵਿੱਚ ਇੱਕ ਚੀਜ਼ ਹੋਰ ਹੈ ਕਿ ਜਿਸ ਵੇਲੇ ਜੇ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਗੋਲਡੀ ਬਰਾੜ ਨੇ ਇਹ ਗੱਲ ਕਹੀ ਪ੍ਰਿਯਵਰਤ ਫੌਜੀ ਨੂੰ ਕਿ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ ਔਰ ਕੱਲ ਹੀ ਇਹ ਕੰਮ ਕਰਨਾ ਹੈ, ਇਹ ਵੀ ਸਮਝਿਆ ਜਾ ਸਕਦਾ ਹੈ ਕਿ ਉਸ ਵੇਲੇ ਕਿਸੇ ਨੂੰ ਇਸ ਚੀਜ਼ ਬਾਰੇ ਇੰਨੀ ਜਾਣਕਾਰੀ ਨਹੀਂ ਸੀ ਕਿ ਸਿੱਧੂ ਮੂਸੇਵਾਲਾ ਕੋਲੇ 4 ਗਨਮੈਨ ਸੀ, ਉਹਦੇ ਚੋਂ ਸਿਰਫ 2 ਵਾਪਸ ਲਏ ਗਏ ਆ, 2 ਦੇ ਕੋਲੇ ਹੈ ਆਲਰੇਡੀ, ਕਿਉਂਕਿ ਇਹ ਇੱਕ ਸਿੰਪਲ ਜਿਹੜੀ ਹੈ ਉਹ ਜਾਣਕਾਰੀ ਆਈ ਕਿ ਸਿਕਿਉਰਿਟੀ ਵਾਪਸ ਹੋ ਗਈ ਔਰ ਇਹ ਚਰਚਾ ਹੋ ਗਈ ਕਿ ਸਿਕਿਉਰਿਟੀ ਵਾਪਸ ਹੋ ਗਈ। ਜੀ ਇਹਦੇ ਵਿੱਚ ਹੁਣ ਅਜੇ ਆਪਾਂ ਟੈਕਨੀਕਲੀ ਥੋੜੀ ਜਿਹੀ ਗੱਲਬਾਤ ਕਰੀਏ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਗੋਲਡੀ ਬਰਾੜ ਨੇ ਪ੍ਰੇਰਿਤ ਫੌਜੀ ਨੂੰ ਕਿਹਾ, ਅਸੀਂ ਇਹ ਜ਼ਿਕਰ ਕਰ ਰਹੇ ਹਾਂ ਕਿ ਉਹਦੀ ਜਿਹੜੀ ਸਿਕਿਉਰਿਟੀ ਹੈ ਉਹ ਵਾਪਸ ਲੈ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ ਜਿਹੜੀ ਮੀਡੀਆ 'ਚ ਖਬਰਾਂ ਸੀ ਉਹਦੇ ਵਿੱਚ ਖਬਰਾਂ 'ਚ ਇਹ ਸੀਗਾ ਕਿ ਜਿਹੜੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਿੱਤੀ ਗਈ ਹੈ, ਲੇਕਿਨ ਉਹਦੇ ਵਿੱਚ ਇਹ ਜ਼ਿਕਰ ਨਹੀਂ ਹੋਇਆ ਕਿ ਸਿਕਿਉਰਿਟੀ ਦੇ ਸਿਰਫ ਗਨਮੈਨ ਜਿਹੜੇ ਹੈ ਉਹ ਜਿਹੜੇ ਹੈਗੇ ਅੱਧੇ ਹਟਾਏ, ਬਾਕੀ ਦੇ ਗਨਮੈਨ ਜਿਹੜੇ ਹੈਗੇ, ਕਿਉਂਕਿ ਗੋਲਡੀ ਬਰਾੜ ਨੂੰ ਜਿਹੜੀ ਮੀਡੀਆ ਰਿਪੋਰਟ ਦੇ ਅਕੋਰਡਿੰਗ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਸੋਸ਼ਲ ਮੀਡੀਆ ਤੇ ਜਿਹੜੀ ਕਾਫੀ ਚਰਚਾ ਹੋਈ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਹਟਾ ਦਿੱਤੀ। ਹਾਲਾਂਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਨਹੀਂ ਹਟਾਈ ਸੀ, ਕਈ ਜਿਹੜੇ ਹੈਗੇ ਹੋਰ ਵੀ ਜਿਹੜੇ ਲੋਕ ਨੇ, ਹੋਰ ਵੀ ਜਿਹੜੇ ਸੈਲੀਬ੍ਰਿਟੀਜ਼ ਨੇ, ਉਹਨਾਂ ਦੀ ਵੀ ਸਿਕਿਉਰਿਟੀ ਜਿਹੜੀ ਹੈ ਉਹ ਰਿਮੂਵ ਕੀਤੀ ਸੀ। ਲੇਕਿਨ ਜਿਹੜੀ ਸੋਸ਼ਲ ਮੀਡੀਆ ਤੇ ਖਬਰਾਂ ਸੀ ਜਾਂ ਫਿਰ ਹੋਰ ਜਿਹੜੀ ਖਬਰਾਂ ਸੀ ਉਸ ਤੋਂ ਬਾਅਦ ਗੋਲਡੀ ਬਰਾੜ ਯਾਨੀ ਕਿ ਪੂਰੀ ਜਿਹੜੀ ਹੈ ਉਹ ਨਜ਼ਰ ਰੱਖੀ ਹੋਈ ਸੀ ਗੋਲਡੀ ਬਰਾੜ ਨੇ, ਉਸ ਤੋਂ ਬਾਅਦ ਸਿੱਧਾ ਪ੍ਰੇਰਿਤ ਫੌਜੀ ਨੂੰ ਫੋਨ ਜਾਂਦਾ ਹੈ ਕਿ ਬਈ ਤੁਸੀਂ ਕੰਮ ਕਰਨਾ ਹੈ, ਕਿਉਂਕਿ ਡੀਜੀਪੀ ਪੰਜਾਬ ਉਹਨਾਂ ਨੇ ਵੀ ਇਹ ਜਾਣਕਾਰੀ ਦਿੱਤੀ ਸੀ ਪ੍ਰੈਸ ਕਾਨਫਰੰਸ 'ਚ, ਅਸੀਂ ਵੀ ਉੱਥੇ ਮੌਜੂਦ ਸੀਗੇ, ਅਸੀਂ ਸਵਾਲ ਜਵਾਬ ਵੀ ਕੀਤੇ, ਉਹਨਾਂ ਨੇ ਵੀ ਇਹ ਗੱਲ ਮੰਨੀ ਹੈ ਕਿ ਲਗਾਤਾਰ ਰੱਖੀ ਹੋ ਰਹੀ ਸੀ, ਲਗਾਤਾਰ ਕੰਟੀਨਿਊ
27 ਤਰੀਕ ਨੂੰ ਵੀ ਜਿਹੜੇ ਸਿੱਧੂ ਮੂਸੇਵਾਲੇ ਤੇ ਹਮਲਾ ਹੋਣ ਕਰਨ ਦੀ ਪੂਰੀ ਪਲੈਨਿੰਗ ਸੀ, ਲੇਕਿਨ ਉਹ ਸਕਸੈਸ ਨਹੀਂ ਹੋ ਪਾਏ। ਇਹਦਾ ਮਤਲਬ ਇਹ ਹੈ ਕਿ ਗੋਲਡੀ ਬਰਾੜ ਲਗਾਤਾਰ ਇਹ ਕਹਿ ਰਿਹਾ ਸੀਗਾ ਕਿ ਵੀ ਜਿਸ ਤਰ੍ਹਾਂ ਮੌਕਾ ਦੇਖੇ ਤੁਸੀਂ ਫਟਾਫਟ ਜਿਹੜਾ ਆਪਣਾ ਕੰਮ ਜਿਹੜਾ ਹੈਗਾ ਉਹ ਕਰੋ ਤੇ ਉੱਥੋਂ ਤੁਸੀਂ ਨਿਕਲ ਜਾਓ। ਤਾਂ ਪ੍ਰਿਯਵਰਤ ਫੌਜੀ ਕਹਿੰਦਾ ਨਜ਼ਰ ਆ ਜੀ ਡਾਕਟਰ ਇੱਕ ਓਵਰ ਸੀਗੇ, ਨਾਂ ਨਹੀਂ ਲਿਆ ਜਾ ਰਿਹਾ ਸੀਗਾ, ਸਿੱਧੂ ਮੂਸੇਵਾਲੇ ਦਾ ਨਾਂ ਨਹੀਂ ਲਿਆ ਸੀਗਾ, ਸਿਰਫ ਗੱਲ ਕੰਮ ਦੀ ਗੱਲ ਹੋਈ ਸੀ ਕਿ ਕੰਮ ਤੁਸੀਂ ਕਰਨਾ ਹੈ, ਕੱਲ ਤੁਸੀਂ ਕੰਮ ਕਰਨਾ ਹੈ ਔਰ ਕੱਲ ਇਹ ਤੁਸੀਂ ਐਕਟਿਵ ਰਹੋ। ਇਸ ਤਰ੍ਹਾਂ ਦੀ ਜਿਹੜੀ ਗੱਲਾਂ ਬਾਤਾਂ ਹੋ ਰਹੀ ਸੀ, ਕਿਉਂਕਿ ਲਗਾਤਾਰ ਇਹ ਜਿਹੜੀ ਲਿਸਟ ਹੈ ਉਹ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਗਈ ਸੀ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਹੈ ਜਿਹੜੀ ਉਹ ਰਿਮੂਵ ਕਰ ਦਿੱਤੀ ਗਈ ਹੈ, ਹੋਰ ਵੀ ਲੋਕਾਂ ਦੀ ਸਿਕਿਉਰਿਟੀ ਰਿਮੂਵ ਕਰ ਦਿੱਤੀ ਗਈ ਹੈ। ਤੇ ਇਸੇ ਗੱਲ ਨੂੰ ਲੈ ਕੇ ਗੋਲਡੀ ਬਰਾੜ ਜਿਹੜਾ ਹੈ ਉਹ ਫੋਨ ਕਰਕੇ ਪ੍ਰਿਯਵਰਤ ਫੌਜੀ ਨੂੰ ਇਹ ਆਰਡਰ ਦਿੰਦਾ ਹੈ ਜੀ। ਔਰ ਜਿਸ ਲਿਸਟ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਜਿਹੜੀ ਉਹ ਲਿਸਟ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਕਿੰਨੇ ਸਿਕਿਉਰਿਟੀ ਪਰਸਨ ਵਾਪਸ ਹੋਏ ਹੈ, ਮੈਂ ਉਸ ਲਿਸਟ ਦੇ ਵਿੱਚ ਇਹ ਦੇਖ ਪਾ ਰਿਹਾ ਮਨੋਜ ਕਿ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਕਿੰਨੇ ਵਾਪਸ ਹੋਏ ਹੈ। ਉਸ ਦੇ ਵਿੱਚ ਇਹ ਡਿਟੇਲ ਨਹੀਂ ਸੀ ਕਿ ਕਿੰਨੇ ਇਹਦੇ ਕੋਲ ਪਹਿਲਾਂ ਸੀ ਜਾਂ ਉਸ ਦੇ ਵਿੱਚੋਂ ਕਿੰਨੇ ਵਾਪਸ ਹੋਏ ਹੈ। ਜਿਸ ਦੇ ਵੀ ਜਿਹੜੇ ਵਾਪਸ ਹੋਏ ਹੈ ਉਸ ਦਾ ਅੱਗੇ ਜ਼ਿਕਰ ਕੀਤਾ ਗਿਆ ਕਿ ਇਹ ਸਿਕਿਉਰਿਟੀ ਵਾਪਸ ਹੋਈ ਹੈ ਔਰ ਇਹ ਜ਼ਰੂਰ ਮੈਂਸ਼ਨ ਕੀਤਾ ਗਿਆ ਕਿ ਜਿਹੜਾ ਸਿਕਿਉਰਿਟੀ ਪਰਸਨ ਵਾਪਸ ਲਿਆ ਉਹ ਕਿਹੜੀ ਬਟਾਲੀਅਨ ਦਾ ਹੈ। ਇਹ ਜ਼ਰੂਰ ਲਿਖਿਆ ਗਿਆ ਸੀ ਨਾਲ ਬ੍ਰੈਕਟ ਦੇ ਵਿੱਚ ਕਿ ਕਿਹੜੀ ਬਟਾਲੀਅਨ ਦਾ ਹੈ ਉਹ, ਪਰ ਕਿਸ ਕੋਲ ਕਿੰਨੇ ਬਚੇ ਆ ਜਾਂ ਕਿੰਨੇ ਆਲਰੇਡੀ ਹੈਗੇ ਸੀ ਇਸ ਚੀਜ਼ ਦਾ ਜ਼ਿਕਰ ਹੈ ਨਹੀਂ ਸੀ। ਔਰ ਇਸਨੇ ਵੀ ਕਿਤੇ ਨਾ ਕਿਤੇ ਇਹ ਕਨਫਿਊਜ਼ਨ ਪੈਦਾ ਕੀਤੀ ਕਿ ਸ਼ਾਇਦ ਟੋਟਲ ਸਿਕਿਉਰਿਟੀ ਹੀ ਵਾਪਸ ਹੋ ਗਈ ਹੈ। ਬਿਲਕੁਲ ਵਿਜੇ, ਤੁਹਾਡੀ ਬਿਲਕੁਲ ਟੈਕਨੀਕਲ ਜੇ ਆਪਾਂ ਗੱਲ ਦੇਖੀਏ ਤੁਹਾਡੀ ਬਿਲਕੁਲ ਸਹੀ ਗੱਲ ਹੈ ਕਿ ਜਿਹੜੀ ਲਿਸਟ ਆਈ ਸੀ ਉਹਦੇ ਵਿੱਚ ਇਹ ਸ਼ੋ ਨਹੀਂ ਕੀਤਾ ਗਿਆ ਸੀਗਾ ਕਿ ਇੰਨੀ ਸਿਕਿਉਰਿਟੀ ਵਾਪਸ ਲਿੱਤੀ ਹੈ ਤੇ ਇੰਨੀ ਸਿਕਿਉਰਿਟੀ ਹਜੇ ਵੀ ਸਿੱਧੂ ਮੂਸੇਵਾਲੇ ਕੋਲ ਮੌਜੂਦ ਹੈ। ਇਸ ਕਰਕੇ ਜਿਹੜੀ ਕਨਫਿਊਜ਼ਨ ਹੈ, ਕਿਉਂਕਿ ਜਿਹੜਾ ਵੀ ਲਿਸਟ ਦੇਖ ਰਿਹਾ ਸੀਗਾ ਉਹਦੇ ਤੇ ਇਹੀ ਸੀਗਾ ਕਿ ਹਾਂ ਸਿੱਧੂ ਮੂਸੇਵਾਲੇ ਦੀ ਪੂਰੀ ਸਿਕਿਉਰਿਟੀ ਹਟਾ ਦਿੱਤੀ ਗਈ ਹੈ ਜਾਂ ਦੂਜਿਆਂ ਦੀ ਹੋਰ ਸਿਕਿਉਰਿਟੀ ਜਿਹੜੀ ਹਟਾ ਦਿੱਤੀ। ਇਹੀ ਗੱਲ ਦੇ ਕਨਫਿਊਜ਼ਨ ਕਹਿ ਸਕਦੇ ਹਾਂ ਕਿ ਜ਼ਰੂਰ ਹੋਈ ਹੈ, ਕਿਉਂਕਿ ਲਿਸਟ 'ਚ ਇਸ ਤਰ੍ਹਾਂ ਦਾ ਕੋਈ ਵੀ ਜ਼ਿਕਰ ਨਹੀਂ ਹੈ ਕਿ ਇੰਨੀ ਸਿਕਿਉਰਿਟੀ ਸੀਗੀ, 10 ਸਿਕਿਉਰਿਟੀ ਸੀਗੀ, 4 ਹਟਾਤੇ, 5 ਰਹਿ ਗਏ, 4 ਹਟਾਤੇ, ਇਸ ਤਰ੍ਹਾਂ ਦੀ ਕੋਈ ਗੱਲਬਾਤ ਉੱਥੇ ਨਹੀਂ। ਸਿਰਫ ਜਿੰਨੇ ਵਾਪਸ ਲੈ ਗਏ ਆ ਉਹਦਾ ਮੈਂਸ਼ਨ ਕੀਤਾ ਗਿਆ ਸੀ। ਬਿਲਕੁਲ ਉਹ ਸਿਰਫ ਮੈਂਸ਼ਨ ਜਿਹੜਾ ਹੈ ਉਹ ਇਸ ਕਰਕੇ ਟੈਕਨੀਕਲ ਜਿਹੜੀ ਕਿਉਂਕਿ ਕਨਫਿਊਜ਼ਨ ਹੋਈ, ਇਸ ਕਰਕੇ ਗੋਲਡੀ ਬਰਾੜ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਸਿਕਿਉਰਿਟੀ ਵਾਪਸ ਲੈ ਲਈ ਗਈ ਹੈ, ਤੁਸੀਂ ਹੁਣ ਕੱਲ ਕੰਮ ਕਰਨਾ ਹੈ। ਤੇ ਪ੍ਰਿਯਵਰਤ ਫੌਜੀ ਦਾ ਅਸਰ ਆਉਂਦਾ ਹੈ ਕਿ ਡਾਕਟਰ ਸਾਹਿਬ ਕੰਮ ਹੋ ਜਾਏਗਾ, ਅਸੀਂ ਐਕਟਿਵ ਹਾਂ ਜੀ। ਤਾਂ ਬਿਲਕੁਲ ਜਿਸ ਤਰੀਕੇ ਨਾਲ ਸਾਡੇ ਸਹਿਯੋਗੀ ਮਨੋਜ ਰਾਠੀ ਦੱਸ ਰਹੇ ਨੇ ਕਿ ਜਦੋਂ ਸ਼ੁਰੂਆਤ ਹੁੰਦੀ ਹੈ ਇਸ ਗੱਲ ਦੀ ਤਾਂ ਸਭ ਤੋਂ ਪਹਿਲਾਂ ਗੋਲਡੀ ਬਰਾੜ ਨੇ ਇਹ ਜ਼ਿਕਰ ਕੀਤਾ ਕਿ ਸਿਕਿਉਰਿਟੀ ਵਾਪਸ ਹੋ ਗਈ ਹੈ, ਕਿਉਂਕਿ ਜਦੋਂ ਇਹ ਮੀਡੀਆ 'ਚ ਗੱਲ ਆਈ ਉਸ ਦਿਨ 424 ਲੋਕਾਂ ਦੀ ਜਿਹਦੇ 'ਚ ਸਾਬਕਾ ਵਿਧਾਇਕ ਬਹੁਤ ਸਾਰੇ ਪੁਲਿਸ ਅਫੀਸਰ ਵੀ ਸੀ, 424 ਲੋਕਾਂ ਦੀ ਸਿਕਿਉਰਿਟੀ ਵਾਪਸ ਹੋਈ ਸੀ ਔਰ ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ ਸੀ ਉਹਨਾਂ ਦੇ ਕਿੰਨੇ ਸਿਕਿਉਰਿਟੀ ਗਾਰਡ ਵਾਪਸ ਲਏ ਸੀ ਉਸ ਦਾ ਜ਼ਿਕਰ ਸੀ ਲਿਸਟ ਦੇ ਵਿੱਚ। ਔਰ ਇਹ ਕਿਤੇ ਵੀ ਮੈਂਸ਼ਨ ਨਹੀਂ ਸੀ ਕਿ ਕਿਸ ਵੀ ਵਿਅਕਤੀ ਦੇ ਨਾਲ ਕਿੰਨੇ ਸਿਕਿਉਰਿਟੀ ਗਾਰਡ ਨੇ ਤੇ ਉਸ ਦੇ ਵਿੱਚੋਂ ਕਿੰਨੇ ਵਾਪਸ ਲਏ ਗਏ ਨੇ। ਇਹ ਇਸ ਤਰੀਕੇ ਨਾਲ ਇਹ 424 ਲੋਕਾਂ ਦੀ ਲਿਸਟ ਸੀ ਔਰ ਗੋਲਡੀ ਬਰਾੜ ਦੀ ਜਿਵੇਂ ਅਸੀਂ ਇਹ ਕਨਵਰਸੇਸ਼ਨ ਜਿਹੜੀ ਕਥਿਤ ਆਡੀਓ ਕਾਲ ਹੈ ਜਿਸ ਦਾ ਜੋ ਦਿੱਲੀ ਪੁਲਿਸ ਨੇ ਇੰਟਰਸੈਪਟ ਕੀਤੀ ਹੈ ਉਸ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਤੁਰੰਤ ਐਕਟਿਵ ਹੋਣ ਦੇ ਲਈ ਗੋਲਡੀ ਬਰਾੜ ਵੱਲੋਂ ਕਿਹਾ ਗਿਆ ਪ੍ਰਿਯਵਰਤ ਫੌਜੀ ਨੂੰ ਔਰ ਉਸਦੇ ਸਾਥੀਆਂ ਨੂੰ ਤੇ ਉਸ ਨੂੰ ਕਿਹਾ ਕਿ ਆਪਣੇ ਮੁੰਡਿਆਂ ਨੂੰ ਤਿਆਰ ਕਰ ਲਾ, ਕੱਲ ਨੂੰ ਹੀ ਇਸ ਕੰਮ ਨੂੰ ਅੰਜਾਮ ਦੇਣਾ ਹੈ। ਯਾਨੀ ਇਹ 28 ਮਈ ਸਵੇਰੇ 11 ਵਜੇ ਦੀ ਗੱਲਬਾਤ ਹੈ। ਉਸ ਤੋਂ ਬਾਅਦ ਲਗਾਤਾਰ ਇਹਨਾਂ ਦੀ ਗੱਲਬਾਤ ਹੁੰਦੀ ਰਹੀ, 29 ਤਰੀਕ ਨੂੰ ਵੀ ਗੱਲਬਾਤ ਹੁੰਦੀ ਰਹੀ। ਜਦੋਂ 4:30 ਵਜੇ 29 ਤਰੀਕ ਨੂੰ ਸਿੱਧੂ ਮੂਸੇਵਾਲਾ ਦੇ ਘਰ ਦਾ ਗੇਟ ਖੁੱਲਿਆ, ਹਿਲਜੁਲ ਹੋਈ ਤਾਂ ਇਹ ਹੋਰ ਜ਼ਿਆਦਾ ਅਲਰਟ ਹੋ ਗਏ ਕਿ ਹੁਣ ਸ਼ਾਇਦ ਸਿੱਧੂ ਮੂਸੇਵਾਲਾ ਘਰੋਂ ਬਾਹਰ ਜਾਏਗਾ। ਇਹਨਾਂ ਨੇ ਕਿਹਾ ਕਿ ਸਿਕਿਉਰਿਟੀ, ਕਿਉਂਕਿ ਇਹ ਸੋਚ ਕੇ ਚੱਲ ਰਹੇ ਸੀ ਕਿ ਸਿਕਿਉਰਿਟੀ ਵਾਪਸ ਹੋ ਗਈ ਹੈ, ਬਿਲਕੁਲ ਵੀ ਸਿਕਿਉਰਿਟੀ ਨਹੀਂ ਹੈ ਤਾਂ ਸਿੱਧੂ ਮੂਸੇਵਾਲਾ ਬਿਨਾਂ ਸਿਕਿਉਰਿਟੀ ਤੋਂ ਗੇਟ ਤੋਂ ਬਾਹਰ ਨਿਕਲਣਗੇ। ਔਰ ਕੁਦਰਤੀ ਹੋਇਆ ਵੀ ਇੰਜ ਹੀ, ਚਾਹੇ 2 ਸਿਕਿਉਰਿਟੀ ਗਾਰਡ ਸੀ ਪਰ ਸਿੱਧੂ ਮੂਸੇਵਾਲਾ ਉਸ ਦਿਨ ਸਿਕਿਉਰਿਟੀ ਗਾਰਡਸ ਨੂੰ ਨਾਲ ਲੈ ਕੇ ਨਹੀਂ ਨਿਕਲੇ ਆਪਣੀ ਥਾਰ ਤੇ ਔਰ ਇਹਨਾਂ ਨੇ ਜਿਹੜੀਆਂ ਗੱਡੀਆਂ 2-3 ਕਿਲੋਮੀਟਰ ਦੇ ਘੇਰੇ 'ਚ ਖੜੀਆਂ ਸੀ ਤੁਰੰਤ ਸਿੱਧੂ ਮੂਸੇਵਾਲਾ ਦੇ ਪਿੱਛੇ ਲੱਗ ਗਈਆਂ ਔਰ ਉਸ ਤੋਂ ਬਾਅਦ ਫਿਰ ਇਸ ਕਤਲकांड ਨੂੰ ਅੰਜਾਮ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਤੋਂ ਪੰਜਾਬ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਕਰਨ ਤੇ ਸਿਆਸੀ ਘਮਾਸਾਨ ਸੁਖਬੀਰ ਬਾਦਲ ਨੇ ਚੱਕੇ ਸਵਾਲ। ਕਿਹਾ ਸੀਐਮ ਨੇ ਇਹ ਬਿਆਨ ਦੇ ਕੇ ਪੰਜਾਬ ਦੇ ਲੋਕਾਂ ਦੀ ਪਿੱਠ 'ਚ ਮਾਰਿਆ ਛੁਰਾ। ਸੁਖਬੀਰ ਬਾਦਲ ਨੇ ਕਿਹਾ ਹਾਈ ਕੋਰਟ ਤੇ ਵਿਧਾਨ ਸਭਾ ਪੰਜਾਬ ਦੀ ਹੈ, ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ ਹੈ ਚੰਡੀਗੜ੍ਹ, ਇੱਥੇ ਨਹੀਂ ਬਣਨ ਦੇਵਾਂਗੇ ਹਰਿਆਣਾ ਦੀ ਵਿਧਾਨ ਸਭਾ।
सीएम के बयान के समर्थन च उतरी भाजपा। नाभा च बोले हरजीत गरेवाल, क्या सीएम का बयान हकीकत नाल जुड़िया होया? कांग्रेस ते अकाली दल बेवजह कर रहे हैं विरोध। विधान सभा नूं लैके मचे घमासान विचाले मान दे मंत्री का वड्डा बयान। चेतन सिंह जौड़ा माजरा बोले चंडीगढ़ च नहीं, पंचकूला, कुरुक्षेत्र या फरीदाबाद च अपनी विधान सभा बनाई हरियाणा। लुधियाना च बत्तेवाड़ा जंगल के उजाड़े खिलाफ होया प्रदर्शन। वातावरण प्रेमी किसान ते विरोधी धिरां ने लाया धरना। धरने च पंजाब कांग्रेस प्रधान राजा वड़िंग भी होए शामिल। केंद्र ते पंजाब सरकार वालों लगाई जा रही टैक्सटाइल फैक्ट्री का कीता विरोध। संगरूर तो एमपी सिमरनजीत मान भी पहुंचे मतेवाड़ा, प्रदर्शन च होए शामिल। मतेवाड़ा च फैक्ट्री लाउण दा हो रहा वड्डे पद्धर ते विरोध। करीब 1000 एकड़ च टैक्सटाइल फैक्ट्री बनाउण दी है योजना। कई पिंडां तो जमीन भी कर ली गई है एक्वायर। शनिवार नूं सीएम नाल हुई मीटिंग च नहीं बनी सी कोई गल। बहबल कलां च चल रहे इंसाफ मोर्चे च पहुंची एजी दफ्तर की टीम। 3 महीने की कारगुजारी का दिता वेरवा। टीम ने मोर्चे तो मंगया 10 दिन का होर समा। जयपुर च हुई नॉर्दर्न कौंसल की मीटिंग। राजस्थान ने बीबीएमबी स्थाई मैंबर बनने की कीती मंग। पंजाब ने किया विरोध, क्या पानियां नाल नहीं हो सकता कोई समझौता। मूसेवाला कतलकांड नूं लैके होया वड्डा खुलासा। गोल्डी बराड़ नाल कोड वर्ड च गल करदे सी शूटर। गोल्डी बराड़ नूं कहंदे सी डॉक्टर साहब। तरनतारन दे पट्टी च नशे करके 30 साला नौजवान की मौत। मृतक की मां ने सरकार ते चक्के सवाल, क्या सिर्फ सरकार बदली नहीं होया बदला? 4 साल पहले नौजवान के भरा की भी नशे नाल हुई सी मौत। फाजिलका च पंजाब होमगार्ड के जवान की अचानक हुई मौत। सड़क किनारे मिली लाश। ईद मौके मस्जिद के बाहर ड्यूटी करके जा रहा सी वापस। पलवल तो वड्डी गिनती च मिले हथियार। 35 पिस्तौल ते 6 देसी कट्टे बरामद। नजायज हथियारां नाल 2 मुलजम गिरफ्तार। पानीपत के सिविल अस्पताल च नवजमे बच्चे की मौत। परिवार ने डॉक्टरों ते लाया लापरवाही का इल्जाम। क्या डॉक्टरों वालों लाए टीके तो बाद गई बच्चे की जान। नंगल च एटीएम गार्ड ने नाकाम की एटीएम की लुट। गड्डी नाल खिंच के एटीएम नूं उखाड़ रहे सी लुटेरे। गार्ड ने बहादरी नाल लुटेरियां दा कीता सामना। मौके तो फरार होए बदमाश। गोहाना च बदमाशा ने 2 नौजवानों ते कीता हमला। इल्जाम ने कि हमलावरां ने जख्मियों की एक रिश्तेदार कुड़ी नाल छेड़छाड़ करने की कीती सी कोशिश, जिसका पीड़िता ने कीता सी विरोध। मोगे दे पिंड लोपो च पानी की टैंकी ते चढ़ी 35 साला महिला। पति ते लाया घर च दाखल ना होने देने का इल्जाम। बच्चे के कागजात लैन सौरे घर आई सी महिला। दोहां विचाले चल रहा सी घरेलू विवाद। लुधियाना पुलिस ने 4 लुटेरियां नूं कीता गिरफ्तार। सोना चांदी के गहने बरामद। 7 जुलाई नूं सुनियारे की दुकान च कीती सी लुट। हथियारां की नोक ते वारदात नूं दिता सी अंजाम। अमृतसर पुलिस ने बरामद की अगवा हुई कुड़ी। अगवा करने वाले मुलजम नूं पुलिस ने किया गिरफ्तार। पैसे खत्म होने तो बाद वापस अमृतसर आ रहे सी दोवें। मानसा के पिंड नंगल कलां च वड्डा हादसा। छत डिग्गण नाल एक महिला मजदूर की मौत। 20 मजदूर गंभीर जख्मी। तेज हवा करके वापरिया हादसा। मींह कारण एक कोठे हेठां बैठे सी मजदूर। हिमाचल के चब्बा च फटिया बदल। तीसा खेतर के लुनेख च आया सैलाब। लोगों ने भज के बचाई जान। चरखी दादरी च खुली प्रशासन के दाविਆਂ की पोल। भारी मींह नाल शहर ਦੀਆਂ सड़कों ते खड़ा पानी। लोगों ਨੂੰ करना पिया भारी परेशानियों का सामना। मोहाली के पिंड देसू माजरा च लोगों ने जाम की सड़क। क्या घरां च वड़िया मींह का पानी। प्रशासन ने निकासी का नहीं किया कोई प्रबंध। एसडीएम के भरोसे तो बाद खोलिया गया जाम। संगरूर च सीएम रिहायश के बाहर पीटीआई यूनीयन का प्रदर्शन। रैगूलर करने की मंग नूं लैके लाया धरना। पुलिस के नाल हुई झड़प दौरान एक प्रदर्शनकारी की हालत बिगड़ी। राजपुरा के फुआरा चौक च किसानों का धरना लगातार जारी। खराब हुई सूरजमुखी की फसल लई मुआवजे की कर रहे मंग। गऊ रखिया दल के कौमी प्रधान सतीश कुमार ने किसानों की सुनी गल। पानीपत के पिंड सनौली खुर्द 40 पिंडों के लोगों ने की महापंचायत। क्या यमुना नाल लगती शामलाट जमीन किसानों की। सरकार नूं एक भी टुकड़ा ना देने का कीता ऐलान। बलाचौर च अपने जद्दी पिंड रोड़ी पहुंचे विधानसभा के डिप्टी स्पीकर जय कृष्ण रोड़ी। समर्थकों ने किया भरवा स्वागत। पुलिस ने दिता गार्ड ऑफ ऑनर। हरियाणा के राज्यपाल बंडारू दत्तात्रेय ने पानीपत च काला अंब कैंपस का किया दौरा। क्या विरासत है यह कैंपस, इसनूं सांभ के रखना साडी सारिआं दी जिम्मेवारी।
ਦੇਸ਼ ਭਰ 'ਚ ਮਨਾਇਆ ਗਿਆ ਬਕਰੀਦ ਦਾ ਤਿਉਹਾਰ। ਮਸਜਿਦਾਂ 'ਚ ਅਦਾ ਕੀਤੀ ਗਈ ਨਮਾਜ਼। ਗੁਰਦਾਸਪੁਰ ਦੇ ਕਾਦੀਆਂ ਚ ਅਹਿਮਦੀਆ ਮੁਸਲਿਮ ਇੰਟਰਨੈਸ਼ਨਲ ਹੈੱਡਕੁਆਟਰ 'ਚ ਮਨਾਈ ਗਈ ਬਕਰੀਦ। ਅੰਮ੍ਰਿਤਸਰ ਦੇ ਅਟਾਰੀ ਵਾਹਗਾ ਬਾਰਡਰ ਤੇ BSF ਅਫਸਰਾਂ ਨੇ ਮਨਾਈ ਬਕਰੀਦ। ਸਰਹੱਦ ਪਾਰੋਂ ਇੱਕ ਦੂਜੇ ਨੂੰ ਭੇਜੀ ਮਠਿਆਈ। ਪਾਕਿਸਤਾਨੀ ਰੇਂਜਰਾਂ ਨੂੰ ਜੱਫੀ ਪਾ ਕੇ ਦਿੱਤੀ ਮੁਬਾਰਕਬਾਦ। ਬਠਿੰਡਾ 'ਚ ਅਣਦੇਖੀ ਦਾ ਸ਼ਿਕਾਰ ਬਣੀ ਹੈ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੇ ਨੇੜੇ ਬਣੀ ਝੀਲ। ਲੋਕਾਂ ਨੇ ਜਤਾਈ ਪ੍ਰਸ਼ਾਸਨ ਨਾਲ ਨਾਰਾਜ਼ਗੀ। ਬੋਲੇ ਝੀਲਾਂ ਦੇ ਸੁੱਕਣ ਕਾਰਨ ਖਤਮ ਹੋ ਰਹੀ ਹੈ ਸ਼ਹਿਰ ਦੀ ਸੁੰਦਰਤਾ। ਹਿਮਾਚਲ ਦੇ ਮੰਡੀ 'ਚ ਸ਼ੁਰੂ ਹੋਈ 22ਵੀਂ ਸੂਬਾ ਪੱਧਰੀ ਸਬ ਜੂਨੀਅਰ ਵਸ਼ੂ ਚੈਂਪੀਅਨਸ਼ਿਪ। 5 ਦਿਨ ਦੇ ਮੁਕਾਬਲੇ ਦੇਸ਼ ਭਰ 'ਚੋਂ ਸ਼ਾਮਲ ਹੋ ਰਹੇ ਨੇ 1300 ਖਿਡਾਰੀ। ਰਾਜਪਾਲ ਵਿਸ਼ਵਨਾਥ ਰਜਿੰਦਰ ਹਰਲੇਕਰ ਨੇ ਲਈ ਖਿਡਾਰੀਆਂ ਤੇ ਮਾਰਚ ਦੀ ਸਲਾਮੀ।